सतनाम वाहिगुरु साहिब जियो। बिलावल महला पंजवा। सुख निधान प्रीतम प्रभ मेरे, अगणत गुण ठाकुर प्रभ तेरे। सुख निधान प्रीतम प्रभ मेरे, अगणत गुण ठाकुर प्रभ तेरे। मोहे अनाथ तुमरी शरणाई, कर कृपा हर चरण ते आई। दया करो बसो मन आए, मोहि निर्गुण लीजै लड़ लाए। रहाओ प्रभ चित्त आवे तां कैसी पीड़, हर सेवक नाहि जम पीड़। सर्ब दुख हर सिमरत नसे, जाकै संग सदा प्रभ बसै। प्रभ का नाम मन तन आधार, बिसरत नाम होवत तन छार। प्रभ चित्त आए पूरन सब काज, हर बिसरत सब का मोहताज। चरण कमल संग लागी प्रीत, बिसर गई सब दुर्मत रीत। मन तन अंतर हर हर मंथ, नानक भगतन कै कर सदा आनंद। चरण कमल संग लागी प्रीत, बिसर गई सब दुर्मत रीत। मन तन अंतर हर हर मंथ, नानक भगतन कै कर सदा आनंद। वाहिगुरु जी का खालसा, वाहिगुरु जी की फतेह। जुगो जुग अटल धन धन गुरु ग्रंथ साहिब जी। गुरु पातशाह जी की अपार बख्शिश, शाम समय संगत का समा असी प्राप्त किया है। गुरबाणी व्याख्यान विच बिलावल राग है। गुरु अर्जन पातशाह पंचम नानक उन्होंने द्वारा उचरित किया है संदेश। बचन बीते कल प्रारंभ किया सी, अज यत्न होएगा समुचा शब्द विचार सखीए। जो साहिब रहमत कर रहे ने, दया करो बसो मन आए, मोहि निर्गुण लीजै लड़ लाए। अरदास रूप शब्द ने। गुरु साहब आप अरदास करते सानू सिखाते। एहसास करिए थी वाकई जिहड़ा इंग्लिश का वर्ड यूज़ करते ना, मिसमराइज हो जाना, मतलब एकदम बिल्कुल कह लो कि किसी चीज़ च सम्मोहित हो जाना। सिचुएशन वेयर परसन गेट टोटली हिप्नोटाइज इन ए वे। ये चीज़ बाणी नूं पढ़द्या समझद्या हो जाती है। ईवन बंदा वर्ड बहुत वड्डा आ विस्माद, पर विस्मादत अवस्था ही है जदों बंदा इन्हां चीज़ों नूं किते सुरत दे लैवल ते देखे। असी सारे कहने बंदे नूं प्रार्थना करनी चाहिए है, बंदे नूं अरदास करनी चाहिए है, बंदे नूं प्रेयर करनी चाहिए है। पर जे असी प्रेयर देखिए गुरु ग्रंथ साहब की, आपां लिटरली तौर पर शब्द पढ़ते हैं, तू ठाकुर तुम पै अरदास, जियो पिंड सब तेरी रास, तुम मात पिता
हम बारिक तेरे, तुमरी कृपा में सूख खनेरे। मतलब की कहोगे इस तो वध के, की अरदास करोगे इस तो वध के? क्या हे बेअंत तू ठाकुर है, ते ਇਹ ਅਹਿਸਾਸ ਹੈ ਕਿ ਸਭ ਤੇਰਾ ਹੀ ਹੈ, ਆਪਾਂ ਤੇ ਹੈ ਹੀ ਕੁਝ ਨਹੀਂਗਾ। ਤੂੰ ਠਾकुर ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਸਭ ਤੇਰੀ ਹੀ ਰਾਸ ਹੈ, ਤੇਰੀ ਹੀ ਪੂੰਜੀ ਹੈ, ਤੇਰਾ ਹੀ ਸਭ ਕੁਛ ਹੈ। ਤੂੰ ਹੀ ਅਸਲ ਦੇ ਵਿੱਚ ਦੀਨ ਦੁਨੀ ਦਾ ਦਹਿੰਦ ਹੈ, ਦੀਨ ਦੁਨੀ ਦਾ ਸਿਰਜਕ ਹੈ, ਮਾਲਕ ਹੈ, ਸਭ ਕੁਝ ਹੀ ਤੂੰ ਹੈ, ਨਥਿੰਗ ਐਲਸ। ਤੇਰੇ ਤੋਂ ਬਿਨਾਂ ਕੁਛ ਹੋਰ ਕੀ ਕਹੀਏ ਤੇ ਕੀ ਨਾ ਕਹਿ ਸਕੀਏ। ਫਿਰ ਇਸ ਭਾਵ ਨੂੰ, ਇਸ ਖਿਆਲ ਨੂੰ, ਸੋਚ ਦੇ ਇਸ ਲੈਵਲ ਨੂੰ ਅਸੀਂ ਇਹਦਾ ਇਹਤਰਾਮ ਕਰ ਸਕੀਏ, ਮੇਨ ਅਸੀਂ ਇਹਨੂੰ ਐਕਸੈਪਟ ਕਰ ਸਕੀਏ, ਅਸੀਂ ਇਸ ਨੂੰ ਐਕਸਰਸਾਈਜ਼ ਕਰ ਸਕੀਏ, ਇਹਦਾ ਬਣਦਾ ਦਇਆ ਕਰੋ ਬਸੋ ਮੰਨਿਆ ਹੈ। ਤਰਸ ਕਰ, ਮਨ ਵਿੱਚ ਇਸ ਤਰ੍ਹਾਂ ਵਸ ਜਾ ਆ ਕੇ, ਮਨ ਦਾ ਇਹ ਰੂਪ ਹੋ ਜਾਏ, ਮਨ ਤੇਰੇ ਤੋਂ ਬਾਹਰ ਨਾ ਸੋਚੇ। ਤੇ ਇਹ ਵੀ ਹੈ ਕਿ ਵਾਕਿਆ 'ਚ ਹੀ ਬੰਦੇ ਨੂੰ ਮਤਲਬ ਹੁੰਦਾ ਨਹੀਂਗਾ ਕਿ ਉਸ ਤੋਂ ਬਾਹਰ ਤੇ ਕੁਝ ਵੀ ਨਹੀਂ, ਸਭ ਕੁਝ ਉਹਦੇ ਵਿੱਚ ਹੀ ਹੈ। ਬਸ ਇਹਦੇ ਬਾਰੇ ਅਵੇਅਰ ਹੀ ਨਹੀਂ ਹੈਗਾ ਮੈਂ, ਬਾਕੀ ਤਾਂ ਸਭ ਕੁਝ ਹੈ ਉਸੇ ਤਰ੍ਹਾਂ ਹੀ। ਮੈਂ ਹੀ ਨਹੀਂ ਅਵੇਅਰ। ਜਿਵੇਂ ਆਪਾਂ ਕਈ ਵਾਰੀ ਪੰਚਤੰਤਰ ਦੀ ਕਹਾਣੀ ਡਿਸਕਸ ਕਰਦੇ ਹਾਂ, ਬਿਲਕੁਲ ਗੁਰਮਤਿ ਆਸ਼ੇ ਨੂੰ ਸਮਝਣ ਵਾਸਤੇ ਕਈ ਵਾਰੀ ਬੜੀ ਮੈਟਾਫੋਰਿਕ ਵੇ ਨਾਲ ਐਗਜ਼ਾਮਪਲ ਬਣਦੀ ਹੈ ਕਿ ਪੰਜਾਬੀ ਜ਼ਬਾਨ ਦੇ ਵਿੱਚ ਅਸੀਂ ਜਿਹੜੀਆਂ ਫਿਸ਼ ਹੁੰਦੀਆਂ ਨੇ, ਫਿਸ਼ ਦਾ ਜਿਹੜਾ ਬੱਚਾ ਹੁੰਦਾ ਹੈ, ਜਿਹਨੂੰ ਅਸੀਂ ਪੰਜਾਬੀ 'ਚ ਪੂੰਗ ਕਹਿ ਦਿੰਦੇ ਹਾਂ, ਆਪ ਨੂੰ ਪਤਾ ਕਿ ਮੱਛੀਆਂ ਦਾ ਪੂੰਗ, ਛੋਟੇ ਛੋਟੇ ਮੱਛੀਆਂ ਦੇ ਬੱਚੇ, ਉਹ ਸਾਰੇ ਇਕੱਠੇ ਹੋ ਕੇ ਝੁਰਮੁਟ ਬਣਾ ਕੇ ਖੇਡ ਰਹੇ ਨੇ। ਤੇ ਖੇਡਦੇ ਹੋਏ ਇੱਕ ਦੂਜੇ ਨਾਲ ਬਾਤਾਂ ਪਾਉਂਦੇ, ਤੇ ਬਾਤਾਂ ਪਾਉਂਦੇ ਹੋਏ ਇੱਕ ਬੱਚਾ ਕਹਿੰਦਾ ਤੈਨੂੰ ਪਤਾ ਆ ਸਾਡਾ ਜੀਵਨ ਪਾਣੀ ਹੈ। ਦੂਸਰਾ ਬੱਚਾ ਹੁੰਗਾਰਾ ਦਿੰਦਾ, ਹਾਂ ਭਾਈ ਸੁਣਿਆ ਤੇ ਮੈਂ ਵੀ ਹੈ। ਤੀਸਰਾ ਕਹਿੰਦਾ ਉਹ ਭਲੇ ਉਹ ਗੱਲ ਤੇ ਠੀਕ ਹੈ, ਪਰ ਉਹ ਪਾਣੀ ਹੁੰਦਾ ਕਿਹੋ ਜਿਹਾ ਹੈ, ਉਹ ਪਾਣੀ ਹੈ ਕਿੱਥੇ ਹੈ? ਤੀਸਰਾ ਕਹਿੰਦਾ ਮੈਂ ਤੇ ਕਦੀ ਪਾਣੀ ਵੇਖਿਆ ਹੀ ਨਹੀਂ, ਤੇ ਆਖਰਕਾਰ ਜਿਹਨੂੰ ਮੈਂ ਵੇਖਿਆ ਹੀ ਨਹੀਂ ਤੇ ਉਹਦੇ ਤੋਂ ਉਹ ਜੀਵਨ ਹੈ ਸਾਡਾ, ਤੇ ਸਾਡੀ ਤੇ ਗੱਲ ਹੀ ਨਹੀਂ ਬਣਨੀ ਕਿਸੇ ਤਰੀਕੇ ਨਾਲ। ਉਹ ਇਹ ਸਾਰੀਆਂ ਗੱਲਾਂ ਬਾਤਾਂ ਆਪਸ ਵਿੱਚ ਕਰ ਰਹੇ, ਸਾਰੀ ਕਨਵਰਸੇਸ਼ਨ ਹੋ ਰਹੀ। ਉਸੇ ਦਰਮਿਆਨ ਇੱਕ ਬੁੱਢੀ ਮੱਛੀ ਵਿੱਚ ਇੰਟਰਵੀਨ ਕਰਦੀ ਤੇ ਉਹ ਆਵਾਜ਼ ਦੇ ਕੇ ਕਹਿੰਦੀ, ਬੱਚਿਓ ਤੁਸੀਂ ਕਿੰਨੇ ਭੋਲੇ ਹੋ। ਉਹ ਕਹਿੰਦੇ, ਦਾਦੀ ਮਾਂ ਕੀ ਕਹਿ ਰਹੀ ਹੈ? ਕਹਿੰਦੀ ਸੱਚ ਕਹਿ ਰਹੀ ਹੈ, ਜੇ ਪਾਣੀ ਨਾ ਹੁੰਦਾ ਤੁਸੀਂ ਹੋਣਾ ਸੀ, ਤੁਸੀਂ ਬੋਲਦੇ ਹੋਣਾ ਸੀ, ਤੁਸੀਂ ਤਾਰੀਆਂ ਲਾਉਂਦੇ ਹੋਣਾ ਸੀਗਾ। ਇਹ ਪਾਣੀ ਹੈ ਜਿਹਦੇ ਕਰਕੇ ਤੁਸੀਂ ਹੋ, ਤੁਹਾਡੀ ਹੋਂਦ ਆ, ਤੁਸੀਂ ਤਾਰੀਆਂ ਲਾ ਰਹੇ ਹੋ, ਇਹ ਸਭ ਉਹੀ ਹੈ। ਬਾਣੀ ਕਹਿੰਦੀ ਇਹੀ ਓਂਕਾਰ ਹੈ। ਸਿਰਫ ਇਹ ਹੈ ਕਿ ਇਹਦਾ ਸੁਰਤ ਨੂੰ ਕੋਈ ਅਹਿਸਾਸ ਨਹੀਂਗਾ। ਸੁਰਤ ਬਿਲਕੁਲ ਇਸ ਬਾਬਤ ਸੁੱਤੀ ਪਈ ਹੈ। ਇਸ ਲਈ ਬਾਬਾ ਜੀ ਸ਼ਬਦਾਂ ਦੇ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ। ਮਹਾਰਾਜ ਕਈ ਵਾਰੀ ਲਿਟਰਲੀ ਤੌਰ ਤੇ ਬਚਨ ਲਿਖ ਦਿੰਦੇ, ਇਸ ਗ੍ਰਹਿ ਮਹਿ ਕੋਈ ਜਾਗਤ ਰਹਿ। ਰਹਿੰਦੇ ਤੇ ਸਾਰੇ ਹੀ ਆ, ਪਰ ਮੋਸਟਲੀ ਸੌਣ ਦੀ ਅਵਸਥਾ ਦੇ ਵਿੱਚ ਆ ਬੰਦਾ, ਬਿਲਕੁਲ ਉਸ ਪੱਖ ਤੋਂ ਸਲੀਪਿੰਗ ਜਿਹੜੀ ਹੈ ਸਿਚੁਏਸ਼ਨ ਵਿੱਚ ਆ, ਉਹ ਬਿਲਕੁਲ ਅਵੇਅਰ ਨਹੀਂ ਹੈਗਾ, ਅਨਅਵੇਅਰ ਆ। ਉਹ ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਹੋਏਗਾ ਕਿ ਸਾਬਤ ਵਸਤੂ ਆਪਣੀ ਲਹਿ। ਸਾਬਤ ਸਾਲਮ, ਥੋੜੀ ਬਹੁਤੀ ਨਹੀਂ, ਥੋੜੀ ਬਹੁਤੀ ਤਾਂ ਚਲੋ ਦੁਨੀਆ ਦੀ ਹੈ ਕਿ ਛੋਟੀ ਮੋਟੀ ਅਚੀਵਮੈਂਟ, ਪ੍ਰਾਪਤੀ, ਥੋੜਾ ਬਹੁਤਾ ਦੁਨੀਆ ਦਾ ਰਸ ਭਾਵ, ਇੰਨਾ ਕੁ ਤੇ ਬੰਦੇ ਨੂੰ ਸਮਝ ਆ, ਉਹ ਵੀ ਇੱਕ ਲੈਵਲ ਤੱਕ। ਅਦਰਵਾਈਜ਼ ਅਸੀਂ ਦੇਖੀਏ, ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਰਾਗਾਂ ਦੇ ਗੁਲਦਸਤੇ ਨੇ, ਸੰਗੀਤ ਦੀ ਦੁਨੀਆ ਆ। ਸਿੱਖ ਹੋਣ ਦਾ ਮਤਲਬ ਇਹ ਸੀਗਾ ਕੀਰਤਨ ਦਾ ਚੇਟਕ ਹੋਣੀ, ਕੀਰਤਨ ਦਾ ਇਸ਼ਕ ਹੋਣਾ ਸਿੱਖ ਹੀ ਹੁੰਦਾ ਸੀਗਾ। ਸਿੱਖ ਦਾ ਸੰਬੰਧ ਹਰੀ ਦੀ ਕੀਰਤੀ ਨਾਲ ਸੀ, ਗੁਰੂ ਦੀ ਕੀਰਤੀ ਨਾਲ ਸੀ। ਸਿੱਖ ਦਾ ਸੰਬੰਧ ਮਿਊਜ਼ਿਕ ਇੰਸਟਰੂਮੈਂਟ ਨਾਲ ਸੀਗਾ। ਉਹਨੂੰ ਮਿਊਜ਼ਿਕ ਇੰਸਟਰੂਮੈਂਟ ਵਜਾਣੇ ਆਉਂਦੇ ਸੀ, ਉਹਨੂੰ ਗਾਉਣਾ ਆਉਂਦਾ ਸੀਗਾ, ਕਿਉਂਕਿ ਉਹਨੂੰ ਪਤਾ ਸੀ ਇਬਾਦਤ ਹੈ ਹੀ ਹੈ, ਇਬਾਦਤ ਇਹ ਤੋਂ ਬਿਨਾਂ ਹੋਰ ਕੁਝ ਹੋ ਹੀ ਨਹੀਂ ਸਕਦੀ। ਮਗਰ ਜਿਵੇਂ ਅਸੀਂ ਦੇਖਦੇ ਹਾਂ ਕਿ ਬਦਲਦੇ ਵਕਤ ਦੇ ਨਾਲ
ਸਾਨੂੰ ਨਾ ਤਾਂ ਗੁਰਮਤਿ ਸੰਗੀਤ ਦਾ ਬਹੁਤਾ ਖਿਆਲ ਰਹਿ ਗਿਆ, ਅਤੇ ਈਵਨ ਸਾਨੂੰ ਬਹੁਤਾ ਗੁਰਮਤਿ ਸੰਗੀਤ ਸੁਣਨਾ ਮੰਨਣਾ ਵੀ ਨਾ ਰਹਿ ਗਿਆ। ਜਿਵੇਂ ਅਸੀਂ ਬਾਣੀ 'ਚ ਇੱਕ ਬਚਨ ਪੜ੍ਹਦੇ ਹਾਂ ਨਾ, ਮਹਾਰਾਜ ਬਿਆਨ ਕਰਦੇ ਕਿ ਕਈ ਵਾਰ ਬੰਦਾ ਇਤਨਾ ਜ਼ਿਆਦਾ ਹਨੇਰੇ ਖੂਹ 'ਚ ਜਾ ਕੇ ਡਿੱਗਦਾ ਹੈ, ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ। ਬਿਲਕੁਲ ਅੰਨੇ ਖੂਹ 'ਚ ਜਾ ਡਿੱਗੇ ਤੇ ਕਹੇ ਦੀ ਗੱਲ, ਖੂਹ ਦਾ ਮਤਲਬ ਬਹੁਤ ਡੂੰਘਾ ਚਲੇ ਜਾਣਾ, ਤੇ ਹਨੇਰੇ ਖੂਹ ਜਿੱਥੇ ਆਵਾਜ਼ ਵੀ ਨਾ ਪਹੁੰਚੇ, ਜਿੱਥੇ ਕੋਈ ਆਵਾਜ਼ ਦਿਓ, ਕੋਈ ਉਹਨੂੰ ਸੁਨੇਹਾ ਦਿਓ, ਉਹ ਵੀ ਨਾ ਪਹੁੰਚੇ। ਤੇ ਐਸੀ ਅਵਸਥਾ 'ਚ ਹਾਲਤ ਪਤਾ ਕੀ ਬਣਦੀ ਹੈ? ਇੱਕ ਨਾ ਨਾਦ ਨਾ ਬੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਨਾ ਨਾਦ ਦਾ ਰਸ ਆਉਂਦਾ, ਨਾ ਉਸਨੂੰ ਬੇਦ ਫਲਸਫਾ ਕਿਸੇ ਵੱਡੇ ਉੱਚੇ ਇਖਲਾਕੀ ਗਿਆਨ ਦੀ ਸਮਝ ਆਉਂਦੀ। ਗੀ ਰਸ, ਉਹਨੂੰ ਗੀਤਕਾਰੀ ਦਾ ਰਸ ਦਾ ਵੀ ਨਹੀਂ ਪਤਾ। ਗੀਤ ਕੀ ਹੁੰਦੇ ਨੇ, ਕੀ ਗਾਉਣਾ ਹੁੰਦਾ, ਕੀ ਵਜਾਉਣਾ ਹੁੰਦਾ, ਕੀ ਸੁਣਨਾ ਹੁੰਦਾ। ਸਰੋਤ ਦਾ ਲੈਵਲ ਬਿਲਕੁਲ ਲੋਅਰ ਲੈਵਲ 'ਤੇ ਆ ਜਾਏ। ਐਸੀ ਅਵਸਥਾ ਇਹ ਸੌਣ ਦੀ ਅਵਸਥਾ ਆ, ਇਹ ਜਾਗਣ ਦੀ ਅਵਸਥਾ ਨਹੀਂ ਗੀ। ਇਹ 'ਚ ਤਾਂ ਬੰਦਾ ਇੱਥੇ ਨਹੀਂ ਜਾਗਿਆ, ਉਹਨੂੰ ਇਹ ਨਹੀਂ ਪਤਾ ਗੀਤ ਦਾ ਰਸ ਕੀ ਮੰਨਣਾ ਆ, ਸੰਗੀਤ ਦਾ ਰਸ ਕੀ ਮੰਨਣਾ ਆ, ਖਾਣ ਪੀਣ ਰਹਿਣ ਸਹਿਣ ਦਾ ਰਸ ਕੀ ਮੰਨਣਾ ਆ। ਇਹ ਸਭ ਚੀਜ਼ਾਂ ਦੇ ਜਦੋਂ ਤੱਕ ਦੇਰ ਤੱਕ ਬੰਦਾ ਉੱਥੇ ਨਹੀਂ ਅਵੇਅਰ ਹੈਗਾ, ਉਹਨੂੰ ਅਧਿਆਤਮੀ ਤਲ 'ਤੇ ਰੂਹਾਨੀ ਤਲ 'ਤੇ ਸਿਖਾਇਆ ਜਾਏ ਕਿ ਉੱਚੇ ਆਚਰਣ ਨੂੰ ਅਪਣਾ ਕੇ ਕੀ ਮਿਲ ਸਕਦਾ ਬੰਦੇ ਨੂੰ, ਇਹਦਾ ਕੀ ਪਤਾ ਉਹਨੂੰ ਕੀ ਪਤਾ। ਮਾਫੀ ਚਾਹਾਂਗਾ, ਮੁਜਦਨੇ ਵਰਗੇ ਮਨੁੱਖ ਭਾਈ ਕਨ੍ਹਈਆ ਜੀ ਦੀ ਗੱਲ ਕਰ ਸਕਦੇ ਨੇ, ਪਰ ਜਿਹੜੀ ਉਹਦੀ ਸਟੇਟ ਆਫ ਮਾਈਂਡ ਆ ਉਹ ਕਿਸ ਲੈਵਲ 'ਤੇ ਹੋਏਗੀ? ਜਿਹਨੂੰ ਨਾ ਸੱਜਣ ਦਿਸਦਾ ਨਾ ਦੁਸ਼ਮਣ ਦਿਸਦਾ, ਗੁਰੂ ਹੀ ਦਿਸਦਾ, ਕੁਛ ਹੋਰ ਦਿਸਦਾ ਹੀ ਨਹੀਂਗਾ। ਜਿਹੜੀ ਇਹ ਅਵਸਥਾ ਆ, ਜਿਵੇਂ ਭਗਤ ਪੂਰਨ ਸਿੰਘ ਜੀ ਦੀ ਬਾਤ ਕਰਦੇ ਹਾਂ ਅਸੀਂ, ਕਮਾਲ ਆ। ਸਮਾਜ ਦੇ 'ਚ ਬੰਦੇ ਨੂੰ ਮਾੜਾ ਜਿਹਾ ਕੁਛ ਦਾ ਸਰੀਰ ਵਿੱਚ ਮਾੜਾ ਜਿਹਾ ਕੋਈ ਥੋੜ੍ਹਾ ਬਹੁਤਾ ਵੀ ਕੋਈ ਫਰਕ ਹੋਏ, ਕਿਤੇ ਕੋਈ ਕਮੀ ਹੋਏ, ਕੋਝਾਪਨ ਹੋਏ, ਬੰਦਾ ਰਾਈਟ ਵੇ ਉਹਨੂੰ ਜੱਜ ਕਰਦਾ, ਰਾਈਟ ਵੇ ਉਹਦੇ ਬਾਰੇ ਡਿਸੀਜਨ ਬਣਾ ਲੈਂਦਾ। ਕੈਸੀ ਹਸਤੀ ਹੋਏਗੀ ਜਿਹਨੂੰ ਕੋੜੀਆਂ ਦੇ, ਅਪਾਹਜਾਂ ਦੇ, ਉਹਨਾਂ ਵਿਚਾਰੇ ਲੰਗੜੇ ਲੂਲਿਆਂ ਦੇ ਕੋਈ ਦੋਖ ਨਹੀਂ ਦਿਖਦੇ, ਬਲਕਿ ਉਹ ਉਹਨਾਂ ਨੂੰ ਇਸ ਤਰ੍ਹਾਂ ਪਿਆਰ ਕਰਦੇ, ਇਸ ਤਰ੍ਹਾਂ ਦੇ ਮਾਂ ਵੀ ਆਪਣੇ ਬੱਚੇ ਨੂੰ ਪਿਆਰ ਨਹੀਂ ਕਰ ਸਕਦੀ। ਉਹਨਾਂ ਦੇ ਬਾਬਤ ਤੋਂ ਮੰਗਤਾ ਬਣ ਜਾਂਦਾ ਹੈ, ਉਹਨਾਂ ਦੇ ਬਾਬਤ ਤੋਂ ਸਮਾਜ ਨਾਲ ਲੜਦਾ ਹੈ, ਲੁਕਾਈ ਨਾਲ ਲੜਦਾ ਹੈ, ਭਿੜਦਾ ਆ। ਹੁਣ ਇਹ ਜਿਹੜੀ ਅਵਸਥਾ ਆ, ਇਹ ਅਵਸਥਾ ਇੱਕ ਜ਼ਿੰਦਗੀ ਦੇ ਹਾਇਰ ਲੈਵਲ ਦੀ ਹੈ। ਉਹਨੂੰ ਪਤਾ ਹੈ ਜੀਵਨ ਦਾ ਕੀ ਮਾਇਨਾ ਆ, ਮਾਨਣ ਦਾ, ਜੀਣ ਦਾ। ਅਦਰਵਾਈਜ਼ ਬੰਦਾ ਤੇ ਛੋਟੀ ਜਿਹੀ ਚੀਜ਼ ਦੇ ਵਿੱਚ ਹੀ ਵਿਚਲਿਤ ਹੋ ਕੇ ਗਵਾਚ ਕੇ ਰਹਿ ਜਾਂਦਾ ਆ। ਬਾਕੀ ਰਸ ਕਸ ਜਿਹਨੂੰ ਅਸੀਂ ਕਹਿੰਦੇ ਆ, ਇਹ ਦੇਖਾ ਦੇਖੀ ਸਭ ਕਰੈ, ਮਨ ਮੁਖ ਬੂਝ ਨਾ ਪਾਏ। ਵੀ ਭਾਈ ਆਹ ਚੀਜ਼ ਵੇਖ ਕੇ ਖੁਸ਼ੀ ਮਿਲਦੀ, ਉਹਨੂੰ ਪਤਾ ਨਹੀਂ ਖੁਸ਼ੀ ਹੁੰਦੀ ਕੀ ਹੈ, ਬਸ ਉਹੀ ਵੇਖੀ ਜਾ ਰਿਹਾ। ਲੋਕੀ ਵੇਖ ਰਹੇ ਨੇ, ਮੈਂ ਵੀ ਵੇਖ ਰਿਹਾ। ਲੋਕੀ ਜਿਸ ਚੀਜ਼ ਦੇ ਉੱਤੇ ਹਾ ਹਾ ਹੂ ਹੂ ਕਰ ਰਹੇ ਨੇ, ਮੈਂ ਵੀ ਕਰ ਰਿਹਾ। ਲੋਕੀ ਜਿਸ ਚੀਜ਼ ਨੂੰ ਵੇਖ ਕੇ ਆਪਣਾ ਸਟੇਟਸ ਉੱਚਾ ਸਮਝਦੇ ਨੇ, ਮੈਂ ਵੀ ਸਮਝਣ ਲੱਗ ਗਿਆ ਵਾਂ। ਇੱਕ ਭੀੜ ਚੱਲ ਗਈ, ਉਹਦੇ 'ਚ ਬੰਦਾ ਸ਼ਾਮਲ ਹੋਣਾ ਚਾਹੁੰਦਾ। ਇਹਨੂੰ ਅਸੀਂ ਪੀਅਰ ਪ੍ਰੈਸ਼ਰ ਕਹਿੰਦੇ ਹਾਂ, ਹੋਰ ਤਾਂ ਕੁਛ ਵੀ ਨਹੀਂ। ਸਮਾਜਾਂ ਦੇ ਵਿੱਚ, ਸੰਸਾਰ ਦੇ ਵਿੱਚ ਇਸ ਕਿਸਮ ਦੀ ਅਲਾਮਤ ਜਿਹੜੀ ਹੈ ਬੰਦੇ ਨੂੰ ਬਿਲਕੁਲ ਸੌਣ ਦੀ ਅਵਸਥਾ ਤੋਂ ਜਾਗਣ ਦੀ ਅਵਸਥਾ ਤੱਕ ਨਹੀਂ ਆਉਣ ਦਿੰਦੀ। ਜੇ ਕੋਈ ਜਾਗ ਜਾਏ, ਜਾਗਿਆ ਹੋਇਆ ਬੰਦਾ ਫਿਰ ਆਪਣੇ ਜੀਵਨ ਦਾ ਇੱਕ ਪਰਪਸ ਸੈੱਟ ਕਰਦਾ ਹੈ, ਮਕਸਦ, ਇੱਕ ਮਨੋਰਥ ਤੈਅ ਕਰਦਾ, ਤੇ ਉਸ ਮਨੋਰਥ ਦੇ ਵਿੱਚ ਰੱਬ ਹੁੰਦਾ, ਰੱਬ ਦਾ ਭੈ ਹੁੰਦਾ, ਰੱਬ ਦਾ ਨਾਮ ਹੁੰਦਾ, ਰੱਬ ਦੇ ਗੁਣ ਹੁੰਦੇ। ਉਹ ਕਿਰਦਾਰੀਅਤ ਹੁੰਦੀ, ਜਿਸ ਕਿਰਦਾਰੀਅਤ ਨੂੰ ਮਾਣਦਿਆਂ ਹੋਇਆਂ ਉਹਨੂੰ ਮਹਿਸੂਸ ਹੁੰਦਾ ਮੇਰੀ ਹੋਣੀ ਧਰਤੀ 'ਤੇ ਕੋਈ ਅਸਰਾਰ ਰੱਖਦੀ ਹੈ, ਇਹਦੀ ਕੋਈ ਅਹਿਮੀਅਤ ਆ। ਇਹਨੂੰ ਇਸ ਤਰ੍ਹਾਂ ਵੀ ਜਾਣੀਏ, ਕ੍ਰਿਟੀਸਾਈਜ਼ ਤੇ ਕਿਸੇ ਨੂੰ ਵੀ ਕੀਤਾ ਜਾ ਸਕਦਾ ਤੇ ਕਰਨਾ ਵੀ ਚਾਹੀਦਾ, ਇਹ 'ਚ ਕੋਈ ਸ਼ੱਕ ਨਹੀਂਗਾ। ਮਤਲਬ ਗੁਣ ਔਗਣ ਦੀ ਪਹਿਚਾਣ ਬੰਦੇ ਨੂੰ ਹੋਣੀ ਬੜੀ ਜ਼ਰੂਰੀ ਹੈ। ਕੈਨੇਡੀਅਨ ਸਿਸਟਮ ਦੇ ਵਿੱਚ ਲੰਬੇ ਸਮੇਂ ਤੋਂ ਬਾਤ ਹੋ ਰਹੀ ਹੈ ਕਿ ਜਿਹੜੇ ਐਬੋਰੀਜਨਲਸ ਕਮਿਊਨਿਟੀ ਸੀਗੀ, ਉਹਨਾਂ ਦੇ ਨਾਲ ਜੋ ਧੱਕਾ ਹੋਇਆ ਹੈ, ਜੋ ਜ਼ੁਲਮ ਹੋਇਆ ਹੈ, ਉਹਦੇ ਖਿਲਾਫ ਆਵਾਜ਼ ਚੁੱਕੀ ਜਾਏ। ਉਹਦੇ ਖਿਲਾਫ ਆਵਾਜ਼ ਉੱਠੀ ਵੀ ਹੌਲੀ ਹੌਲੀ ਕਰਕੇ ਕਿਆ, ਫਿਰ ਟਰੁਥਫੁਲਨੈਸ ਦੀ ਗੱਲ ਹੋਈ। ਦੁਬਾਰਾ ਹਰ ਚੀਜ਼ ਨੂੰ ਨਵੇਂ ਤਰੀਕੇ ਨਾਲ ਕੰਸੋਲੀਡੇਟ ਕਰਨ ਦੀ ਗੱਲ ਹੋਈ। ਸੋ ਸਾਰੇ ਦੇ ਉੱਤੇ
ਅੱਜ ਬਕਾਇਦਾ ਤੌਰ 'ਤੇ ਪਹਿਲੀ ਵਾਰੀ ਇਹ ਕਲੋਨੀਅਲ ਸਿਸਟਮ ਦੀ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਉਸ ਸਾਰੇ ਦੇ ਵਿੱਚੋਂ ਇੱਕ ਸਮਝ ਕ੍ਰੀਏਟ ਕਰਕੇ ਮਨੁੱਖੀ ਧਰਾਤਲ 'ਤੇ ਖੜੇ ਹੋ ਕੇ ਦੇਖਣ ਦੀ ਬਾਤ ਚੱਲੀ ਹੈ। ਅੱਜ ਤੁਸੀਂ ਸਾਰੇ ਯੈਲੋ ਕੱਪੜੇ ਪਾਓ, ਪੀਲੇ ਕੱਪੜੇ ਪਾਓ। ਅੱਜ ਤੁਸੀਂ ਸਾਰੇ ਉਹਨਾਂ ਨੂੰ ਜਿਹੜਾ ਹੈਗਾ ਯਾਦ ਕਰੋ, ਉਹਨਾਂ ਵਾਸਤੇ ਗੱਲਬਾਤ ਕਰੋ, ਅਹਿਸਾਸ ਕਰੋ ਕਿੰਨੀ ਪੀੜਾ ਹੋਏਗੀ ਜਦੋਂ ਇੱਕ ਬੱਚੇ ਨੂੰ ਮਾਂ ਬਾਪ ਦੇ ਕੋਲੋਂ ਉਠਾ ਕੇ ਕਿਸੇ ਰੈਜ਼ੀਡੈਂਸ਼ੀਅਲ ਸਕੂਲ 'ਚ ਲੈ ਗਏ। ਸਾਨੂੰ ਸਾਡਾ ਬੱਚਾ ਕਿਤੇ 10-15 ਮਿੰਟ ਲਈ ਨਾ ਦਿਸੇ, ਸਾਨੂੰ ਪਤਾ ਨਾ ਹੋਏ ਵੀ ਉਹ ਹੈ ਕਿੱਥੇ ਹੈ, ਸਾਡੀ ਕੀ ਹਾਲਤ ਹੁੰਦੀ ਹੈ। ਜਿਨ੍ਹਾਂ ਮਾਪਿਆਂ ਤੋਂ ਬੱਚੇ ਚੁੱਕੇ ਗਏ, ਹਜ਼ਾਰਾਂ ਬੱਚੇ ਪਤਾ ਹੀ ਨਹੀਂ ਕਿੱਥੇ ਨੇ, ਮਰ ਗਏ ਨੇ, ਜਿਉਂਦੇ ਨੇ। ਸਿਬਲਿੰਗਸ, ਭੈਣ ਭਰਾ ਵਿਛੜੇ ਉਮਰਾਂ ਲੰਘ ਗਈਆਂ, ਹੀ ਨਹੀਂ ਪਤਾ ਹੈ ਵੀ ਨੇ ਕਿ ਨਹੀਂ ਹੈ। ਇਹ ਸਾਰਾ ਇੱਕ ਬੜੀ ਵੱਡਾ ਇੱਕ ਅਨਹਿਊਮਨ ਐਕਟ ਹੈ, ਇਨਹਿਊਮਨ ਐਕਟ ਹੈ ਇੱਕ ਬੜਾ ਵੱਡਾ। ਉਸ ਦੇ ਉੱਤੇ ਅੱਜ ਇੱਕ ਤਰ੍ਹਾਂ ਦੇ ਨਾਲ ਸੋਚਣ ਦੀ ਗੱਲ ਸ਼ੁਰੂਆਤ ਹੋਈ। ਗਲਤੀਆਂ ਧਰਤੀ 'ਤੇ ਰਹਿਣ ਵਾਲੇ ਮਨੁੱਖ ਤੋਂ ਹੁੰਦੀਆਂ ਨੇ। ਜਿਹਨੂੰ ਬਾਣੀ ਨੇ ਕਿਹਾ ਨਾ, ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਨਾ ਕੋਈ ਸਤਯੁਗ ਕਿਸੇ ਖਾਸ ਟਾਈਮ ਵਿੱਚ ਰਹਿੰਦਾ ਹੈ, ਨਾ ਕੋਈ ਕਲਯੁਗ ਕਿਸੇ ਖਾਸ ਸੰਨ ਸੰਮਤ, ਕਿਸੇ ਖਾਸ ਈਅਰ ਨੰਬਰਸ ਦੇ ਵਿੱਚ ਜਿਹੜਾ ਹੈਗਾ ਉਹਨੂੰ ਅਸੀਂ ਪ੍ਰਾਪਤ ਕਰ ਸਕਦੇ ਹਾਂ, ਅਸੀਂ ਉਹਨੂੰ ਐਕਸਪਲੇਨ ਕਰ ਸਕਦੇ ਹਾਂ। ਇਹ ਤੇ ਮਨੁੱਖ ਦੇ ਵਰਤਾਰੇ 'ਤੇ, ਮਨੁੱਖ ਦੀ ਜਿਹੜੀ ਉਹਦੀ ਆਲੇ ਦੁਆਲੇ ਦੇ ਨਾਲ ਸਾਂਝ, ਤੇ ਉਸ ਸਾਰੇ ਦੇ ਵਿੱਚ ਜਿਹੜਾ ਉਹਦਾ ਵਰਤਣਾ ਆ, ਜਿਹੜੀ ਉਹਦੀ ਅਪਰੋਚ ਆ ਟੂਵਰਡ ਹਿਊਮੈਨਿਟੀ, ਟੂਵਰਡ ਦ ਵੀਕ ਵਨਸ, ਟੂਵਰਡ ਦਾ ਜਿਹੜੇ ਉਸ ਵਕਤ ਵਲਨਰੇਬਲ ਨੇ, ਉਹਨਾਂ ਦੇ ਬਾਰੇ ਉੱਥੋਂ ਪਤਾ ਲੱਗਦਾ ਕਿ ਸਵਰਗ ਆ ਕਿ ਨਰਕ ਆ, ਇਹ ਕਲਯੁਗ ਆ ਕਿ ਸਤਯੁਗ ਆ, ਇਸ ਰੂਪ ਦੇ ਵਿੱਚ। ਅਦਰਵਾਈਜ਼ ਬਾਬਾ ਜੀ ਨੇ ਬਿਆਨ ਕੀਤਾ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਿਨੀ ਅਰ ਤਪਤ ਰਹੈ, ਸਾ ਧਰਤੀ ਸਾ ਪਾਉਣ ਚੁਲਾਰੇ, ਜੁਗ ਜੀ ਖੇਲੈ ਥਾਮ ਕੈਸੇ। ਕਿੱਥੇ ਜੁਗ ਖੇਡਦਾ ਆ, ਧਰਤੀ ਨਹੀਂ ਬਦਲਦੀ, ਸੂਰਜ ਨਹੀਂ ਬਦਲਦਾ, ਕੁਝ ਵੀ ਤਾਂ ਨਹੀਂ ਬਦਲਦਾ। ਬਦਲਦੇ ਤੇ ਬੰਦੇ ਦੇ ਸੁਭਾਅ ਨੇ। ਜਿਹੜਾ ਕੱਲ ਅਦਨਾ ਸੀਗਾ, ਅੱਜ ਤਾਕਤ 'ਚ ਆਇਆ, ਉਹ ਅੱਜ ਅਦਨੇ ਨੂੰ ਕੁੱਟ ਰਿਹਾ। ਜਿਹੜਾ ਅੱਜ ਅਦਨਾ ਆ, ਉਹ ਕਹਿੰਦਾ ਕੱਲ ਨੂੰ ਤਾਕਤ ਆਈ, ਕੱਲ ਨੂੰ ਤੈਨੂੰ ਕੁੱਟਾਂਗਾ। ਇਹ ਜਿਹੜੀ ਮਤਲਬ ਬਦਲੇਖੋਰੀ ਦੀ ਬਾਤ ਚੱਲਦੀ ਹੈ, ਟਿਟ ਫੋਰ ਟੈਟ ਵਾਲਾ ਕਨਸੈਪਟ ਜਿਹੜਾ ਲਗਾਤਾਰ ਚੱਲਦਾ ਹੈ, ਇਹਨੂੰ ਕਿਤੇ ਤੇ ਤੋੜੋਗੇ। ਕੋਈ ਸਾਈਕਲ ਤੇ ਬ੍ਰੇਕ ਕਰੇਗਾ ਇਹਦਾ। ਇਹੀ ਗੁਰੂ ਸਾਹਿਬ ਨੇ ਦਿਖਾਇਆ। ਜਿਹੜਾ ਰਿਵੈਂਜ ਬੇਸਡ ਬਿਹੇਵੀਅਰ ਹੁੰਦਾ, ਕੋਈ ਬਹੁਤਾ ਚੰਗਾ ਨਹੀਂ ਹੁੰਦਾ। ਬੰਦੇ ਨੂੰ ਮਨੁੱਖੀ ਇੱਕ ਕਦਰਾਂ ਕੀਮਤਾਂ ਦੇ ਗਰਾਊਂਡ ਤੇ ਖੜੇ ਹੋ ਕੇ ਜੀਣਾ ਚਾਹੀਦਾ ਆ। ਇਸ ਕਰਕੇ ਬਾਬਾ ਜੀ ਨੇ ਬਿਆਨ ਕੀਤਾ, ਸਤਜੁਗ ਉਦੋਂ ਵਾਪਰੇ ਜਦੋਂ ਬੰਦੇ ਦਾ ਆ ਸੁਭਾਅ ਬਦਲੇ, ਅਦਰਵਾਈਜ਼ ਕਲਯੁਗ ਰਹੇਗਾ। ਕਿਸ ਸੁਭਾਅ ਦੀ ਗੱਲ ਕਰਦੇ ਬਾਬਾ ਜੀ ਤੁਸੀਂ? ਕਿਆ ਜੁਗ ਜੀ ਖੇਲੈ ਥਾਮ ਕੈਸੇ, ਜੀਵਨ ਤਲਬ ਨਿਵਾਰ, ਹੋਏ ਪਰਵਾਣਾ ਕਰੈ ਧਿੰਗਾਣਾ, ਕਲ ਲਖਣ ਵਿਚਾਰ। ਹੋਏ ਪਰਵਾਣਾ, ਪਰਵਾਣਾ ਤੱਕੜੀ ਨੂੰ ਕਿਹਾ ਜਾਂਦਾ। ਵੈਸੇ ਤੱਕੜੀ ਜਸਟਿਸ, ਨਿਆਂ ਦੀ ਪ੍ਰਤੀਕ ਹੁੰਦੀ ਹੈ। ਇਸ ਤਰੀਕੇ ਨਾਲ ਤੁਸੀਂ ਦੇਖੋਗੇ ਜਿਹੜੀ ਨਿਆਂ ਦੀ ਦੇਵੀ ਕਿਤੇ ਵੀ ਬਣਾਈ ਗਈ ਹੈ ਤੇ ਉਹਦੇ ਹੱਥ ਦੇ ਵਿੱਚ ਤੱਕੜ ਦਿੱਤਾ ਗਿਆ ਇਸ ਤਰੀਕੇ ਨਾਲ, ਤੇ ਉਹਨੂੰ ਕਿਹਾ ਗਿਆ ਕਿ ਇਹ ਬਿਲਕੁਲ ਸਾਵਾ ਬਰਾਬਰ ਤੋਲੇਗੀ, ਇਹ ਡੰਡੀ ਨਹੀਂ ਮਾਰੇਗੀ, ਇਹ ਕਿਸੇ ਕਿਸਮ ਦੇ ਨਾਲ ਇਨਜਸਟਿਸ ਨਹੀਂ ਕਰੇਗੀ ਕਿਸੇ ਨਾਲ। ਕਿਆ ਜਿਹਦੇ ਹੱਥ ਤੱਕੜੀ ਆਏ, ਉਹ ਹੱਥ ਜਿਹੜਾ ਆ ਹੋਏ ਪਰਵਾਣਾ ਕਰਹਿ ਧਿੰਗਾਣਾ, ਉਹ ਧੱਕਾ ਕਰੇ, ਆਪਣੇ ਪੱਖ ਦੇ ਵਿੱਚ ਡੰਡੀ ਮਾਰੇ। ਇਹ ਤੇ ਠੀਕ ਨਹੀਂ ਨਾ। ਕਲ ਲੱਖਣ, ਇੱਥੋਂ ਕਲਯੁਗ ਆਉਂਦਾ ਆ। ਕਲਯੁਗ ਇਹੀ ਹੈ, ਜਦੋਂ ਲੋਕ ਤਾਕਤ ਤੇ ਚਾਹੁੰਦੇ, ਉਦੋਂ ਉਹ ਮਾੜਿਆਂ ਨੂੰ, ਕਮਜ਼ੋਰਾਂ ਨੂੰ, ਘੱਟ ਗਿਣਤੀਆਂ ਨੂੰ, ਜਿਹੜੇ ਲੋਕ ਵਨਰੇਬਲ ਨੇ, ਉਹਨਾਂ ਨੂੰ ਪੀਸਦੇ ਚੱਕੀ ਦੇ ਪੁੜਾਂ ਦੇ ਵਿੱਚ। ਇਹ ਜ਼ੁਲਮ ਆ। ਜਦੋਂ ਇਹ ਜ਼ੁਲਮ ਰੁਕੇਗਾ, ਉਦੋਂ ਸਤਜੁਗ ਹੋਏਗਾ। ਹੁਣ ਇਹ ਰੂਪ ਜਿਹੜਾ ਆ, ਇੱਕੋ ਚੀਜ਼ ਨਾਲ ਹੋ ਸਕਦਾ ਹੈ, ਰੱਬ ਦੇ ਭੈ ਵਿੱਚ ਰਹਿ ਕੇ। ਬੰਦੇ ਨੂੰ ਮਹਿਸੂਸ ਹੋਏ ਮੇਰੇ ਕੀਤੇ ਅਮਲਾਂ ਦੇ ਲੇਖੇ ਹੋਣਗੇ। ਅੱਜ ਤੇ ਮੈਂ ਤਾਕਤਵਰ ਹਾਂ, ਮੈਨੂੰ ਕੋਈ ਪੁੱਛਣ ਵਾਲਾ ਨਹੀਂਗਾ, ਪਰ ਆਉਂਦੇ ਕੱਲ ਜਦੋਂ ਮੈਂ ਆਖਰਕਾਰ ਹੋਰ ਕਿਸੇ ਤਰੀਕੇ ਨਾਲ ਨਾ ਵਲਨਰੇਬਲ ਹੋਵਾਂਗਾ, ਇੱਕ ਦਿਨ ਵੱਡੇ ਵੱਡੇ ਬਾਦਸ਼ਾਹ, ਵੱਡੇ ਵੱਡੇ ਹੁਕਮਰਾਨ, ਹਾਕਮ ਜਦੋਂ ਮਰਨ ਦੇ ਨੇੜੇ ਪਹੁੰਚਦੇ ਨੇ,
ਭਾਵੇਂ ਬੁਢੇਪਾ ਆਉਂਦਾ ਆ, ਭਾਵੇਂ ਕੋਈ ਬਿਮਾਰੀ ਆਉਂਦੀ ਹੈ, ਫਿਰ ਆਉਂਦੇ ਨੇ ਉਹ ਵੀ ਬੈੱਡ ਤੇ। ਉਹਨਾਂ ਨੂੰ ਵੀ ਆਖਰਕਾਰ ਨੈਣ ਪ੍ਰਾਣ ਜਿਹੜੇ ਨੇ ਉਹਨਾਂ ਦੇ 'ਚ ਤਾਬ ਨਹੀਂ ਰਹਿੰਦੀ, ਤਾਕਤ ਨਹੀਂ ਰਹਿੰਦੀ। ਉਦੋਂ ਫਿਰ ਜ਼ਹਿਨੀ ਤੌਰ ਤੇ ਬੰਦੇ ਨੂੰ ਫਿਰ ਉਹ ਸ਼ੀਸ਼ਾ ਵਿਖਾਉਂਦੇ ਆ ਕੇ। ਸਾਰੀ ਬਾਣੀ ਇੱਥੇ ਪ੍ਰੇਰਦੀ। ਬਾਣੀ ਕਹਿੰਦੀ ਉਸ ਸਮੇਂ ਨੂੰ ਯਾਦ ਕਰ ਕਿ ਜਦੋਂ ਹਾਲਤ ਇਹ ਬਣੇਗੀ ਕਿ ਨੈਣੋ ਨੀਰ ਬਹਿ ਤਨਖੀਨਾ ਪਏ ਕੇਸ ਦੁਦਵਾਨੀ। ਐਵੇਂ ਥੋੜਾ ਰਹਿਣਾ। ਭਗਤ ਫਰੀਦ ਜੀ ਨੇ ਕਦੀ ਜ਼ਿਕਰ ਕੀਤਾ, ਕਹਿੰਦੇ ਇੱਕ ਦਿਨ ਸਮਾਂ ਉਹ ਵੀ ਤੇ ਆਉਣਾ ਆ। ਫਰੀਦਾ ਕਿੰਨੀ ਨਿੱਕੀ ਜੰਗੀ ਥਲ ਡੂੰਗਰ ਭਵਿਉਮ, ਅੱਜ ਫਰੀਦਾ ਕੂਜੜਾ ਸੈ ਕੋਹਾਂ ਥੀਉਮ। ਆਖਿਰਕਾਰ ਇਸ ਮਨੁੱਖ ਨੂੰ ਨੈਚੁਰਲ ਵੇ ਨਾਲ ਜੇ ਜੀਵਨ ਲਗਾਤਾਰ ਚੱਲਦਾ ਆ ਤੇ ਇੱਕ ਦਿਨ ਅਵਸਥਾ ਆਉਂਦੀ ਹੈ ਜੋਬਨ ਘਟੈ ਜਰੂਆ ਜਿਣੈ। ਜੋਬਨ ਘਟ ਜਾਂਦਾ, ਜਰੂਆ ਜਿਹੜਾ ਹੈ ਉਹ ਜਿਣ ਜਾਂਦਾ, ਤਾਕਤ ਉਹ ਜੇਤੂ ਹੋ ਜਾਂਦਾ। ਉਹ ਫਿਰ ਉਸ ਸਰੀਰ ਦੇ ਉੱਤੇ ਆ ਕੇ ਆਪਣਾ ਜਿਹੜਾ ਹੈਗਾ ਪੂਰਾ ਪ੍ਰਭਾਵ ਛੱਡਦਾ। ਅੱਜ ਹਾਲਤ ਇਹ ਹੈ ਕਿ ਹੱਥਾਂ 'ਚ ਤਾਬ ਨਹੀਂ ਕਿ ਗਲਾਸ ਫੜ ਕੇ ਪਾਣੀ ਦਾ ਵੀ ਪੀ ਸਕਾਂ ਆਪ। ਉਹਦੇ ਵਾਸਤੇ ਵੀ ਕੋਈ ਹੈਲਪ ਚਾਹੀਦੀ ਹੈ। ਅੱਜ ਸਰੀਰ 'ਚ ਤਾਕਤ ਨਹੀਂ ਕਿਸੇ ਖਾਧੇ ਹੋਏ ਪਦਾਰਥ ਨੂੰ ਵੀ ਹਜਮ ਕਰ ਸਕਾਂ। ਤੇ ਇਸ ਸਾਰੇ 'ਚੋਂ ਅਸੀਂ ਗੁਜ਼ਰਨਾ ਆ। ਇਹ ਕਰਤਾਰੀ ਕੁਦਰਤ ਦੀ ਖੇਡ ਆ। ਫਿਰ ਇਹ ਵੀ ਹੈ, ਉਹ ਵੀ ਦਿਨ ਪੱਕਾ ਹੀ ਆ, ਤੈਅ ਹੈ। ਜਿਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀਂਦਾ ਮੂੰਹ ਦਿਖਾਲੇ ਆਏ। ਮਲਕੂਲ ਦੇਵਤਾ ਆਏਗਾ। ਕਿਸੇ ਕਲਚਰ ਨੇ ਕਿਹਾ ਉਹ ਮਲਕੂਲ ਫਰਿਸ਼ਤਾ ਹੈ ਜਿਹੜਾ ਰੂਹ ਨੂੰ ਕਬਜ਼ ਕਰਦਾ ਹੈ, ਜਿਹੜਾ ਰੂਹ ਨੂੰ ਸਾਡੇ ਕਲਬੂਤ ਚੋਂ ਬਾਹਰ ਕੱਢਦਾ ਹੈ। ਕਿਸੇ ਨੇ ਕਿਹਾ ਨਹੀਂ, ਧਰਮਰਾਜ ਦੇ ਦੂਤ ਆਉਂਦੇ ਨੇ, ਜਮਰਾਜ ਦੇ ਬੰਦੇ ਆਉਂਦੇ ਨੇ। ਕੋਈ ਵੀ ਹੋਏ, ਅਲਟੀਮੇਟਲੀ ਅਸਾਂ ਸਾਰਿਆਂ ਨੂੰ ਵਿਟਨੈਸ ਕਰਨਾ ਇੱਕ ਦਿਨ। ਕੌਣ ਐਕਸੈਪਸ਼ਨਲ ਕਿਹੜਾ ਉਹਦੇ 'ਚ? ਇਹਦੇ ਅੰਦਰ ਜੋ ਉਪਜਿਓ ਸੋ ਬਿਨਸ ਹੈ। ਉਪਜਣਾ ਤੇ ਬਿਨਸਣਾ ਇੱਕ ਕਿਰਿਆ ਆ ਕੁਦਰਤ ਦੀ। ਇੱਕ ਦਿਨ ਤੇ ਵਾਪਰੇਗੀ ਚੀਜ਼ ਉਹ। ਤੇ ਸਭ ਕਹਿੰਦੇ ਵੀ ਅਹਿਸਾਸ ਕਰੀ ਉਹ ਦਿਨ ਕੈਸਾ ਹੋਏਗਾ, ਕਿਸ ਤਰ੍ਹਾਂ ਦਾ ਹੋਏਗਾ, ਕੋਈ ਖਿਆਲ ਨਹੀਂਗਾ ਤੈਨੂੰ। ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਕਿਹੋ ਜੀ ਮੌਤ ਹੋਏਗੀ। ਇਹ ਸੋਚ ਕੇ ਬੰਦੇ ਦੇ ਲੂੰ ਕੰਡੇ ਖੜੇ ਹੋ ਜਾਣੇ ਚਾਹੀਦੇ ਨੇ, ਤੇ ਹੁੰਦੇ ਨੇ। ਬੰਦੇ ਨੂੰ ਅਹਿਸਾਸ ਹੋਏ ਅਲਟੀਮੇਟਲੀ ਤੇ ਆਖਿਰਕਾਰ ਪ੍ਰਾਣ ਨਿਕਲਣੇ ਤੇ ਕਿਵੇਂ ਨਿਕਲਣਗੇ। ਹਾਂ, ਇਹ ਗੁਰਬਾਣੀ ਨੇ ਜ਼ਰੂਰ ਕਿਹਾ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਸਾਹਿਬ ਦੀ ਸਾਹਿਬੀ ਸੁਰਤ 'ਚ ਹੋਏ ਫਿਰ ਮਰਨਾ ਸਹਿਲਾ ਹੁੰਦਾ ਆ। ਇਹੀ ਭਜਨ ਬੰਦਗੀ ਹੈ। ਹਿਰਦੇ 'ਚ ਇਹ ਪੈ ਭਾਵ ਵਸ ਜਾਏ, ਬੰਦੇ ਦੀ ਅਪਰੋਚ ਆਪਣੇ ਪ੍ਰਤੀ, ਆਪਣੇ ਆਲੇ ਦੁਆਲੇ ਪ੍ਰਤੀ ਬਦਲ ਜਾਂਦੀ ਹੈ। ਅਦਰਵਾਈਜ਼ ਜਦੋਂ ਤਾਕਤ ਆਉਂਦੀ, ਜਿਹਨੂੰ ਸਾਹਿਬ ਨੇ ਕਿਹਾ ਵੱਡਾ ਹੋਵਾ ਦੁਨੀਦਾਰ, ਹਟਦਾ ਕਿੱਥੇ ਫਿਰ ਬੰਦਾ? ਜਦੋਂ ਦੁਨੀਦਾਰ ਬਣਿਆ, ਜਦੋਂ ਉਹਨੂੰ ਕੋਈ ਚੌਧਰ ਮਿਲੀ, ਜਦੋਂ ਕਿਸੇ ਹੁਕਮਰਾਨੀਅਤ ਦੀ ਉਸ ਜਗ੍ਹਾ ਤੇ ਬੈਠਾ, ਤੇ ਸਾਹਿਬ ਕਹਿੰਦੇ ਜਿਸੈ ਸਿਕਦਾਰੀ ਤਿਸੈ ਖੁਆਰੀ, ਚਾਕਰ ਕੇ ਹੀ ਡਰਨਾ। ਸਿਕਦਾਰ ਬਣਿਆ ਨਹੀਂ, ਹੁਕਮਰਾਨ ਬਣਿਆ ਨਹੀਂ, ਤੇ ਫਿਰ ਖੁਆਰੀ ਹਾਸਲ ਕੀਤੀ। ਕਿਉਂ? ਕਿਉਂਕਿ ਜਿਹੜੇ ਵਲਨਰੇਬਲ ਜਿਨ੍ਹਾਂ ਦੀ ਗੱਲ ਕਰਦਾ, ਉਹਨਾਂ ਦੀਆਂ ਦੁਰ ਅਸੀਸਾਂ, ਬਦ ਅਸੀਸਾਂ ਝੋਲੀ ਪਵਾਈਆਂ। ਗੁਜ਼ਰਦੇ ਵਕਤ ਦੇ ਨਾਲ ਗੁਜ਼ਰਿਆਂ ਹੋਇਆਂ ਨੂੰ ਜਿਹੜਾ ਨੇ ਧਰਤੀ ਤੇ ਕੁਝ ਸਮਾਂ ਲਗਾਇਆ, ਉਹਨਾਂ ਨੂੰ ਲੋਕੀ ਫਿਰ ਯਾਦ ਕਰਦੇ ਨੇ। ਯਾਦ ਉਹਨਾਂ ਦੇ ਕੀਤੇ ਅਮਲ ਦੇ ਨਾਲ ਕੀਤਾ ਜਾਂਦਾ ਆ। ਅਮਲ ਕੈਸੇ ਕੀਤੇ ਉਹਨਾਂ ਨੇ? ਇੱਥੇ ਹੁਣ ਜਿਵੇਂ ਮੈਕਡੋਨਲਡ ਨੂੰ ਯਾਦ ਕੀਤਾ ਜਾਂਦਾ ਆ, ਜਿਵੇਂ ਰਾਇਰਸਨ ਦੀ ਗੱਲ ਹੋ ਰਹੀ ਹੈ ਰੀਸੈਂਟਲੀ। ਕਲੋਨੀਅਲ ਸਿਸਟਮ ਦੇ ਵਿੱਚ ਜਿਨ੍ਹਾਂ ਨੇ ਜ਼ੁਲਮ ਕੀਤਾ, ਹਾਲਾਂਕਿ ਅਜੇ ਪਿੱਛੇ ਤੱਕ ਦੱਬੀ ਆਵਾਜ਼ ਸੀਗੀ, ਹੌਲੀ ਹੌਲੀ ਆਵਾਜ਼ ਜਿਹੜੀ ਹੈ ਉੱਠ ਰਹੀ ਹੈ ਉੱਥੇ। ਤੇ ਇਹ ਸਾਰੇ ਦੇ ਉੱਤੇ ਗੱਲ ਹੋਏਗੀ। ਇਹ ਤੇ ਸ਼ੁਰੂਆਤ ਹੋਈ ਨਾ। ਤੇ UN ਨੇ ਇੱਕ ਇਹਦੇ ਉੱਤੇ ਪੂਰਾ ਦਾ ਪੂਰਾ ਜਿਹੜਾ ਹੈਗਾ ਡਿਬੇਟ ਕਰਾਈ, ਇਹਦੇ ਉੱਤੇ ਮਤਾ ਪਾਸ ਕੀਤਾ। ਜਿਹੜੇ ਲੋਕ ਐਬਰੀਜਨਲਸ ਹੈਗੇ ਨੇ ਉਹਨਾਂ ਸਾਰਿਆਂ ਨੂੰ, ਤੇ ਜਿਸ ਲੈਵਲ ਤੇ ਦੇਖਾਂਗੇ ਤੇ ਕੱਲ੍ਹ ਨੂੰ ਗੱਲ ਪੰਜਾਬ ਤੇ ਪੰਜਾਬ ਦੀ ਫਿਜ਼ਾ ਵਿੱਚ ਵੀ ਹੋਏਗੀ। ਕੱਲ੍ਹ ਨੂੰ ਗੱਲ ਉਸ ਵਕਤ ਦੀ ਵੀ ਹੋਏਗੀ ਜਦੋਂ ਛੋਟੇ ਜਿਹੇ ਪੰਜਾਬ ਦੇ ਉਸ ਮਹਾਰਾਜੇ ਦੇ ਪੁੱਤ ਨੂੰ, ਜਿਹੜਾ ਉਸ ਵਕਤ ਗੱਦੀ ਦਾ ਵਾਰਸ ਬਣਦਾ ਸੀ, ਦਲੀਪ ਸਿੰਘ, ਮਹਾਰਾਜਾ ਦਲੀਪ ਸਿੰਘ, ਉਹਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਪੰਜਾਬ ਤੋਂ ਬਾਹਰ ਕੱਢਿਆ ਗਿਆ, ਉਹਨੂੰ ਲੰਡਨ ਲਿਆਂਦਾ ਗਿਆ, ਉਹਦੀ ਕਨਵਰਜਨ ਕੀਤੀ ਗਈ। ਉਹਨੂੰ ਇਹੀ ਹੁੰਦੀ ਹੈ, ਹੋਰ ਇਹੀ ਸਾਰਾ ਕੁਝ। ਵਟ ਵਰ ਐਕਚੁਅਲੀ ਰੈਜ਼ੀਡੈਂਸ਼ੀਅਲ ਸਕੂਲ। ਬੱਚੇ ਨੂੰ ਘਰੋਂ ਚੱਕੋ,
ਆਪਣੇ ਜਿਹੜਾ ਹੈਗਾ ਵਿਰਾਸਤ 'ਚੋਂ ਚੱਕੋ, ਉਹਦੀ ਜਿਹੜੀ ਹੈਰੀਟੇਜ ਉੱਤੋਂ ਤੋੜੋ, ਉਸ ਨੂੰ ਇੱਕ ਵੱਖਰੇ এনवायरमेंट 'ਚ ਲੈ ਜਾਓ, ਉੱਥੇ ਜਾ ਕੇ ਉਹਦਾ ਧਰਮ ਬਦਲ ਦਿਓ, ਉਹਦਾ ਨਾਂ ਬਦਲ ਦਿਓ, ਉਹਦੀ ਪਹਿਚਾਨ ਬਦਲ ਦਿਓ, ਸਾਰਾ ਕੁਝ ਉਹ ਫਿਰ ਉਸ ਕਲਚਰ ਦਾ ਪਾਰਟ ਬਣ ਜਾਏਗਾ। ਅਲਟੀਮੇਟਲੀ ਹੋਇਆ ਕਿ ਜਿਵੇਂ ਜਿਵੇਂ ਸੁਧ ਆਈ, ਮਹਾਰਾਜਾ ਦਲੀਪ ਸਿੰਘ ਉਹਨੇ ਫਿਰ ਵਾਪਸੀ ਕਰਨ ਦੀ ਟਰਾਈ ਕੀਤੀ, ਹਾਲਾਂਕਿ ਹਾਲਾਤ ਬਦਲ ਚੁੱਕੇ ਸੀਗੇ। ਅਖੀਰਲੀ ਉਮਰੇ ਬੜੀ ਸੰਘਰਸ਼ ਵੀ ਕੀਤਾ ਉਹਨੇ। ਸੋ ਇਹ ਚੀਜ਼ਾਂ ਇਹ ਵੀ ਆਉਣਗੀਆਂ ਬਾਤਾਂ। ਸੋ ਇਹਦੀ ਇੱਕ ਬੜੀ, ਇਹਨੂੰ ਕਿਹਾ ਜਾਏ ਕਿ ਇਟਸ ਏ ਵੈਲਕਮਿੰਗ ਸਟੈਪ ਜਿਹੜਾ ਹੁਣ ਸ਼ੁਰੂਆਤ ਹੋਈ ਹੈ। ਅਤੇ ਇਹਨਾਂ ਦੇ ਵਿੱਚੋਂ ਆਉਂਦੇ ਸਮੇਂ 'ਚ ਮਨੁੱਖਤਾ ਦਾ ਭਲਾ ਹੋਏਗਾ। ਕੋਈ ਬੰਦਾ ਗਲਤ ਅਮਾਲ ਕਰਨ ਤੋਂ ਪਹਿਲਾਂ, ਭਾਵੇਂ ਹੁਕਮਰਾਨ ਹੀ ਕਿਉਂ ਨਾ, ਉਹ ਸੋਚੇਗਾ ਕੱਲ੍ਹ ਨੂੰ ਮੇਰੇ ਨਾਂ 'ਤੇ ਲੋਕੀ ਐਵੇਂ ਹੀ ਲਾਂਤ ਜਿਹੜਾ ਹੈਗਾ ਲਾਹਨਤ ਪਾਉਣਗੇ, ਐਵੇਂ ਹੀ ਕਲੰਕਿਤ ਹੋਏਗਾ ਜਿਵੇਂ ਅੱਜ ਉਹਨਾਂ ਦੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਪਿੱਛੋਂ ਜ਼ਿਕਰ ਪੜ੍ਹਦੇ ਹਾਂ। ਮੈਂ ਉਹਨੂੰ ਬਹੁਤ ਸਿੰਪਲ ਕਰਕੇ ਬਿਆਨ ਕਰਦਾ, ਹਿਸਟਰੀ ਇਜ਼ ਹਿਸਟਰੀ। ਇਨ ਹਿਸਟਰੀ we can see two type of, you can say, areas. One is, ਇੱਕ ਹੈਗਾ ਹਿਸਟਰੀ ਦਾ ਡਸਟਬਿਨ, ਹਿਸਟਰੀ ਦਾ ਗਾਰਬੇਜ ਬਿਨ। ਕੁਝ ਲੋਕ ਤਵਾਰੀਖ ਵਿੱਚ ਉਸ ਗਾਰਬੇਜ ਬਿਨ ਦਾ ਹਿੱਸਾ ਹੁੰਦੇ ਨੇ। ਜਦੋਂ ਤੱਕ ਤਵਾਰੀਖ ਰਹੇਗੀ, ਔਰੰਗਜ਼ੇਬ ਨੂੰ, ਵਜ਼ੀਰ ਖਾਨ ਨੂੰ, ਸੁੱਚੇ ਨੰਦ ਨੂੰ ਕਿਹਦੇ 'ਚ ਯਾਦ ਕਰੋਗੇ? ਹਿਟਲਰ ਨੂੰ ਕਿਹਦੇ 'ਚ ਯਾਦ ਕਰਾਂਗੇ? ਉਸ ਗਾਰਬੇਜ ਬਿਨ ਦੇ ਵਿੱਚ। ਇਹ ਵੀ ਸਮਾਂ ਹੈ, ਇਹ ਵੀ ਸੱਚਾਈ ਹੈ ਕਿ ਕੁਝ ਲੋਕ ਤਵਾਰੀਖ ਦੇ ਵਿੱਚ ਹੈਗੇ ਨੇ, ਇਤਿਹਾਸ ਦਾ ਹਿੱਸਾ ਨੇ, ਪਰ ਉਹ ਸਵਰਨਿਤ ਨੇ। ਜਦੋਂ ਅਸੀਂ ਛੋਟੇ ਬਾਬਿਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਗੁਰੂ ਸਾਹਿਬ ਦੇ ਵਰਸਾਇਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਭਾਈ ਮਣੀ ਸਿੰਘ ਸਰੀਖੀਆਂ ਰੂਹਾਂ ਦੀ ਗੱਲ ਕਰਦੇ ਹਾਂ, ਇਹ ਕੀ ਹੈ? ਇਹ ਹਿਸਟਰੀ ਦੀ ਸਵਰਨ ਯੁੱਗ। ਅੱਜ ਦੇ ਸਮੇਂ 'ਚ ਖਾਲੜਾ ਜੀ ਦੀ ਗੱਲ ਕਰਦੇ ਹਾਂ ਅਸੀਂ, ਦੇਖੋ ਨਾ, ਉਸ ਸਮੇਂ ਦੇ ਅਸੀਂ ਉਹਨਾਂ ਬੁੱਚੜ ਦੀ ਵੀ ਗੱਲ ਕਰਦੇ ਹਾਂ, ਖਾਲੜਾ ਜੀ ਦੀ ਵੀ ਗੱਲ ਕਰਦੇ ਹਾਂ। ਕੰਪੈਰੀਜ਼ਨ ਸਾਡੇ ਸਾਹਮਣੇ ਹੈ, ਕੋਈ ਬਹੁਤੀ ਦੂਰ ਤੇ ਹੈ ਨਹੀਂਗਾ। ਸੋ ਇੱਥੇ ਪਤਾ ਲੱਗਦਾ ਕਿ ਅਲਟੀਮੇਟਲੀ ਇਹ ਕਿਹਦਾ ਹਿੱਸਾ ਆ, ਹਿਸਟਰੀ ਦੇ ਕਿਸ ਪਾਰਟ 'ਚੋਂ ਆ ਰਿਹਾ ਆ। ਅੱਜ ਉਹ ਦਿਨ ਕੈਨੇਡਾ ਦੇ 'ਚ ਆਉਂਦਾ ਜਿਹਦੇ 'ਚ ਇਹ ਕਿਹਾ ਗਿਆ ਕਿ ਭਾਈ ਬੀਤੀਆਂ ਗਲਤੀਆਂ ਨੂੰ ਐਕਸੈਪਟ ਕੀਤਾ ਜਾਏ, ਓਪਨਲੀ ਕਨਵਰਸੇਸ਼ਨ ਹੋਏ, ਤਾਂ ਕਿ ਮਨੁੱਖਤਾ ਇਸ ਸਾਰੇ ਜ਼ੁਲਮੋ ਗਾਰਤ ਤੋਂ ਬਚ ਕੇ ਆਪਣੀ ਉਸ ਅਸੂਲਾਤਮਕ ਪੱਖ 'ਚ ਆਵੇ। ਇਹਦੇ ਲਈ ਗੁਰੂ ਅਰਜਨ ਸਾਹਿਬ ਨੇ ਜਿਹੜਾ ਬਚਨ ਕਿਹਾ ਕਿ ਆ ਰੱਬ ਜੀ ਮੇਰੇ ਤੇ ਤਰਸ ਕਰੀ, ਜੇ ਸਭ ਕੁਝ ਤੂੰ ਬਣਾਇਆ ਆ, ਮੈਨੂੰ ਵੀ ਤੂੰ ਪੈਦਾਇਸ਼ ਵਿੱਚ ਲਿਆਂਦਾ ਹੈ, ਮੇਰੀ ਸੁਰਤ 'ਚੋਂ ਤੂੰ ਨਾ ਵਿਸਰੇ, ਮੇਰੀ ਸੁਰਤ 'ਚ ਤੂੰ ਰਹੇ, ਮੇਰੇ ਹਿਰਦੇ 'ਚ ਤੂੰ ਰਹੇ। ਇਸੇ ਲਈ ਸਾਹਿਬ ਨੇ ਕਿਹਾ ਦਇਆ ਕਰੋ ਬਸੋ ਮਨੇ ਆਏ, ਤਰਸ ਕਰ ਮੇਰੇ ਮਨ ਵਿੱਚ ਆ ਕੇ ਵਸ ਜਾ। ਤੇ ਜਦੋਂ ਤੂੰ ਵਸਿਆ ਹੋਏਗਾ ਮਨ ਵਿੱਚ, ਜਿੱਥੇ ਰੱਬ ਵਸਿਆ ਆ ਉੱਥੇ ਰੱਬ ਵਰਤੇਗਾ। ਜਦੋਂ ਰੱਬ ਵਰਤੇਗਾ ਫਿਰ ਰੱਬ ਤੇ ਤਰਸ ਦਾ ਘਰ ਆ, ਦਇਆਵਾਨ ਆ, ਕੰਪੈਸ਼ਨ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਓਸ਼ਨ ਆ, ਉਸ ਇੱਕ ਤਰ੍ਹਾਂ ਦਾ ਦਰਿਆ ਆ। ਫਿਰ ਮੇਰੇ ਅੰਦਰ ਵੀ ਕੰਪੈਸ਼ਨ ਹੋਏਗਾ, ਫਿਰ ਮੇਰੇ ਅੰਦਰ ਵੀ ਨਿਮਾਣੇ ਨੂੰ ਮਾਣ ਦੇਣ ਦੀ ਅਵਸਥਾ ਹੋਏਗੀ, ਜਿਹੜਾ ਲੋੜਵੰਦ ਹੈ ਉਹਦੀ ਮਦਦ ਕਰਨ ਦੀ ਅਵਸਥਾ ਹੋਏਗੀ। ਉਹ ਮੇਰੇ ਅੰਦਰ ਵੀ ਉਹ ਭਾਵ ਹੋਏਗਾ ਜਿਹੜਾ ਰੱਬ ਦੇ ਅੰਦਰ ਭਾਵ ਆ। ਸੋ ਉਸ ਕਿਸਮ ਦੀ ਗੱਲ ਕੀਤੀ ਗਈ। ਕਿਆ ਮੋਹ ਨਿਰਗੁਣ ਲੀਚਾ ਲੜ ਲਾਏ। ਇਹਦੇ ਲਈ ਕੋਈ ਖਾਸ ਕੁਆਲੀਫਿਕੇਸ਼ਨ ਹੈ ਕਿ ਰੱਬ ਜੀ ਤੁਸੀਂ ਖਾਸ ਕਿਸਮ ਦੇ ਬੰਦਿਆਂ ਦੇ ਹਿਰਦੇ 'ਚ ਹੀ ਆਉਂਦੇ ਹੋ। ਜਿਵੇਂ ਆਮ ਕਰਕੇ ਬਾਤ ਰਹੀ ਭਾਰਤੀ ਖਿੱਤੇ 'ਚ ਕੈਟਾਗਰੀਜ਼ ਬਣਾ ਦਿੱਤੀਆਂ ਗਈਆਂ, ਇਹ ਲੋਕ ਬ੍ਰਹਮਵੇਤਾ ਨੇ, ਇਹ ਲੋਕ ਬ੍ਰਹਮ ਵਰਨ ਪਰਸਾਏ ਨੇ ਸਰੂਪ ਦੇ 'ਚ। ਗੁਰਮਤਿ ਨੇ ਕਿਹਾ ਨਿਰਗੁਣਾ ਨੂੰ, ਭਾਵ ਜਿਨ੍ਹਾਂ 'ਚ ਕੋਈ ਗੁਣ ਨਹੀਂ, ਕੋਈ ਖਾਸੀਅਤ, ਕੋਈ ਕਾਬਲੀਅਤ ਨਹੀਂ, ਉਹਨਾਂ ਨੂੰ ਵੀ ਨਵਾਜਦਾ ਉਹ। ਬਲਕਿ ਬੰਦੇ ਅਹਿਸਾਸ ਕਰ, ਉਹਦਾ ਦੇਣ ਦਾ ਤਰੀਕਾ ਇਹ ਹੈ ਵੀ ਇੱਕ ਜਾਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਜਾਗ ਕੇ ਵੀ ਪ੍ਰਾਪਤ ਕਰ ਪਾਉਂਦੇ, ਕਈਆਂ ਨੂੰ ਸੁੱਤਿਆਂ ਨੂੰ ਉਠਾ ਕੇ ਕਹਿਣਾ ਆ ਲੈ ਆ ਤੇਰੀ ਝੋਲੀ 'ਚ ਪਾ ਦਿੱਤਾ। ਇਹ 'ਚ ਅਸੀਂ ਬਚਨ ਪੜ੍ਹੀਏ ਤੇ ਗੁਰੂ ਅਰਜਨ ਸਾਹਿਬ ਦਾ ਅਸੀਂ ਸ਼ਬਦ ਪੜ੍ਹਦੇ ਹਾਂ, ਗੋਬਿੰਦ 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 ਸਿਉ ਨਾਮ ਦਿਓ ਮਨ ਲੀਨਾ। ਇੱਥੇ ਬਚਨ ਆਇਆ ਨਾ, ਦਇਆ ਕਰੋ ਬਸੋ ਮਨ ਆਏ, ਗੋਬਿੰਦ 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 ਸਿਉ ਨਾਮ ਦਿਓ ਮਨ ਲੀਨਾ। ਆਠ धाम को छिपरो, क्या मोह निर्गुण लीजै लड़ लाए, आठ धाम को छिपरो। लोग कहते हद हो गई, अद्धी कौंडी का छिंबा जाति सूचक वर्ड कह के उन्हां लोकां नूं नीवां विखाउणा, उन्हां नूं इनफीरीयर फील कराउणा। ते समाजां 'च अज तक भी रहा आ।
ਇਹ ਇਹੋ ਜਿਹਾ ਸਮਾਜ ਦਾ ਵਰਤਾਰਾ ਅੱਜ ਦੀ ਗੱਲ ਹੈ। ਇਹਨੂੰ ਕੌਣ ਪੁੱਛਦਾ? ਇਹ ਤੇ ਇਹਦਾ ਕਿੱਤਾ ਕਿਵੇਂ ਦਾ ਹੈ, ਇਹਦੀ ਜ਼ਾਤ ਐਵੇਂ ਦੀ, ਇਹਦੀ ਪੈਦਾਇਸ਼ ਫਲਾਂ ਜਗ੍ਹਾ ਦੀ ਹੈਗੀ ਹੈ। ਮਹਾਰਾਜ ਬਿਆਨ ਕਰਦੇ ਨਾ ਉਹ ਕਰਤਾਰ ਬੜਾ ਬੇਅੰਤ ਹੈ। ਭਗਤ ਰਵਿਦਾਸ ਜੀ ਦੇ ਸ਼ਬਦਾਂ 'ਚ ਪੜ੍ਹੀਏ ਤੇ ਉਹ ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੇ। ਮਾਲਕਾ ਜਦੋਂ ਤੂੰ ਜਿਸ ਲਾਲਿਮਾ ਦਾ ਮਾਲਕ ਆ ਉੱਥੇ ਤੇ ਕੋਈ ਸੋਚ ਵੀ ਨਹੀਂ ਸਕਦਾ, ਕਿਉਂ ਤੇਰੀ ਗਲੋਰੀ ਆਪਣੇ ਆਪ ਦੇ ਵਿੱਚ ਬਿਆਨ ਤੋਂ ਬਾਹਰ ਹੀ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆਂ ਮੇਰੇ ਮਾਥੇ ਛਤਰ ਤਰੇ। ਕਿਆ ਸਮਾਂ ਉਹ ਵੀ ਬਣਿਆ, ਅਬ ਵਿਪਰ ਪ੍ਰਧਾਨ ਤੇ ਕਰੈਂ ਡੰਡੌਤ, ਤੇਰੀ ਨਾਮ ਸ਼ਰਨਾਏ ਰਵਿਦਾਸ ਦਾਸਾ। ਜਦੋਂ ਮੈਂ ਤੇਰੀ ਸ਼ਰਨ ਆਇਆ ਨਾ, ਸੱਚ ਇਹ ਹੈ ਮੈਂ ਤੇ ਤੇਰੇ ਦਾਸਾਂ ਦਾ ਦਾਸ ਵੀ ਨਹੀਂ ਗਾ, ਪਰ ਉਸ ਅਵਸਥਾ ਦੇ ਵਿੱਚ ਵੱਡੇ ਵੱਡੇ ਪ੍ਰਧਾਨ ਵਿਪਰ ਵੀ ਆ ਕੇ ਡੰਡੌਤ ਕਰਦੇ, ਨਮਸਕਾਰ ਕਰਦੇ। ਨਿਰਗੁਣ ਨੂੰ ਉਹ ਤਾਰ ਦਿੰਦਾ। ਤੇ ਸਾਹਿਬ ਨੇ, ਗੁਰੂ ਅਰਜਨ ਸਾਹਿਬ ਨੇ ਬਿਆਨ ਕੀਤਾ, ਮੋਹਿ ਨਿਰਗੁਣ ਲੀਜੈ ਲੜ ਲਾਏ। ਮੇਰੇ ਅੰਦਰ ਕੋਈ ਐਸੀ ਅਵਸਥਾ ਤੇ ਨਹੀਂ ਹੈਗੀ, ਪਰ ਤੂੰ ਜੇ ਤਰਸ ਕਰੇ, ਤੂੰ ਮੈਨੂੰ ਆਪਣਾ ਦਾਮਨ ਫੜਾ ਸਕਦਾ ਆ, ਮੈਨੂੰ ਆਪਣੇ ਲੜ ਲਾ ਸਕਦਾ ਆ। ਰਹਾਉ ਦਾ ਬੰਦਿਆ ਬੀਤੇ ਕੱਲ੍ਹ ਵੀ ਅਸੀਂ ਖੈਰ ਵਿਚਾਰ ਇਹਦੀ ਕੀਤੀ, ਪਰ ਅੱਜ ਬਾਈ ਚਾਂਸ ਅੱਜ ਬਾਤ ਹੋ ਰਹੀ ਸੀਗੀ ਕਿ ਟਰੂਥ ਐਂਡ ਰੀਕਨਸਾਈਲੇਸ਼ਨ ਦੀ ਗੱਲ ਕੀਤੀ ਜਾਏ, ਐਂਡ ਐਜ਼ ਵੈਲ ਐਜ਼ ਗੁਰਬਾਣੀ ਦਾ ਸੁਨੇਹਾ ਤੇ ਆਪਣੀ ਵਿਰਾਸਤ ਵਿੱਚੋਂ ਇਸ ਚੀਜ਼ ਦੀ ਅਸੀਂ ਰਿਫਲੈਕਸ਼ਨ ਦੇਖੀਏ। ਰੈਸਟ ਆਫ ਸ਼ਬਦ ਅਸੀਂ ਕੱਲ੍ਹ ਨੂੰ ਡਿਸਕਸ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਆ। ਇੱਥੇ ਹੀ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।